ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਰਥਾਤ ਕਰਮਜੀਤ ਸਿੰਘ ਸਾਇੰਸ ਮਾਸਟਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਵਿਦਿਆਰਥੀਓ, ਤੁਸੀਂ ਸਾਰਿਆਂ ਨੇ ਆਪਣੇ ਆਲੇ ਦੁਆਲੇ ਜਾਂ ਆਲੇ ਦੁਆਲੇ ਦੀਆਂ ਪਾਰਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਵੇਖੇ ਹੋਣਗੇ। ਉਹਨਾਂ ਸਾਰਿਆਂ ਦਾ ਰੰਗ, ਉਚਾਈ, ਆਕਾਰ ਅਤੇ ਬਣਤਰ ਦੇ ਆਧਾਰ 'ਤੇ ਅੱਜ ਅਸੀਂ 6ਵੀਂ ਜਮਾਤ ਦੀ ਵਿਗਿਆਨ ਦਾ 7ਵਾਂ ਪਾਠ ਪੌਦਿਆਂ ਨੂੰ ਜਾਣੋ ਗੈਟਿੰਗ ਟੂ ਨੋ ਪਲਾਂਟਸ ਬਾਰੇ ਜਾਣਕਾਰੀ ਹਾਸਲ ਕਰਾਂਗੇ। ਪਿਆਰੇ ਵਿਦਿਆਰਥੀਓ, ਇੱਕ ਨਿੱਕੇ ਜਿਹੇ ਘਾਹ ਦੇ ਤਿਣਕੇ ਤੋਂ ਲੈ ਕੇ ਬੋਹੜ ਦੇ ਵੱਡੇ ਦਰਖਤ ਤੱਕ ਪੌਦਿਆਂ ਦੀਆਂ ਕਈ ਕਿਸਮਾਂ ਹਨ। ਆਓ ਅਸੀਂ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਹਾਸਲ ਕਰੀਏ। ਬੱਚਿਓ, ਫੁੱਲਾਂ ਵਾਲੇ ਪੌਦਿਆਂ ਨੂੰ ਸ਼੍ਰੇਣੀਬੱਧ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਬੱਚਿਓ, ਪੌਦਿਆਂ ਨੂੰ ਉਹਨਾਂ ਦੀ ਉਚਾਈ ਅਤੇ ਤਣੇ ਦੀ ਕਿਸਮ ਦੇ ਆਧਾਰ 'ਤੇ ਵੀ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਇਹਨਾਂ ਕਿਸਮਾਂ ਦੇ ਆਧਾਰ 'ਤੇ ਪੌਦੇ 3 ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਬੂਟੀ, ਝਾੜੀ ਅਤੇ ਰੁੱਖ। ਪਿਆਰੇ ਵਿਦਿਆਰਥੀਓ, ਇਹਨਾਂ ਪੌਦਿਆਂ ਦੇ ਤਣੇ ਅਤੇ ਟਹਿਣੀਆਂ ਨੂੰ ਧਿਆਨ ਨਾਲ ਦੇਖੋ, ਜੋ ਤੁਹਾਡੇ ਤੋਂ ਘੱਟ ਲੰਮੇ ਹਨ ਜਾਂ ਜਿਨ੍ਹਾਂ ਦੀ ਲੰਬਾਈ ਲਗਭਗ ਤੁਹਾਡੇ ਬਰਾਬਰ ਹੈ, ਜਾਂ ਫਿਰ ਤੁਹਾਡੇ ਤੋਂ ਬਹੁਤ ਜ਼ਿਆਦਾ ਲੰਮੇ ਹਨ। ਪਿਆਰੇ ਵਿਦਿਆਰਥੀਓ, ਆਓ ਅਸੀਂ ਸਭ ਤੋਂ ਪਹਿਲਾਂ ਪਹਿਲੀ ਕਿਸਮ ਦੇ ਆਧਾਰ 'ਤੇ ਸ਼੍ਰੇਣੀਬੱਧ ਕੀਤੇ ਪੌਦਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਜਿਸ ਨੂੰ ਬੂਟੀ ਕਹਿੰਦੇ ਹਨ। ਬੂਟੀਆਂ ਛੋਟੇ ਆਕਾਰ ਵਾਲੇ ਪੌਦੇ ਹਨ। ਇਹ 1 ਮੀਟਰ ਤੋਂ ਘੱਟ ਉਚਾਈ ਵਾਲੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਨਰਮ ਅਤੇ ਹਰਾ ਹੁੰਦਾ ਹੈ। ਇਹਨਾਂ ਦੀਆਂ ਜ਼ਿਆਦਾ ਸ਼ਾਖਾਵਾਂ ਨਹੀਂ ਹੁੰਦੀਆਂ। ਉਦਾਹਰਨ ਦੇ ਤੌਰ 'ਤੇ ਕਣਕ, ਚੌਲ, ਮੱਕੀ, ਘਾਹ ਅਤੇ ਤੁਲਸੀ। ਕੁਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ, ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਜ਼ਮੀਨ 'ਤੇ ਫੈਲ ਜਾਂਦੇ ਹਨ। ਅਜਿਹੇ ਪੌਦਿਆਂ ਨੂੰ ਵਿਸਰਨ ਜਾਂ ਕ੍ਰੀਪਰ ਵੇਲ ਕਿਹਾ ਜਾਂਦਾ ਹੈ। ਉਦਾਹਰਨ ਕੱਦੂ ਅਤੇ ਤਰਬੂਜ। ਪਿਆਰੇ ਵਿਦਿਆਰਥੀਓ, ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ, ਉਹਨਾਂ ਨੂੰ ਆਰੋਹੀ ਜਾਂ ਕਲਾਈਂਬਰ ਵੇਲ ਕਿਹਾ ਜਾਂਦਾ ਹੈ। ਉਦਾਹਰਨ ਮਨੀ ਪਲਾਂਟ ਅਤੇ ਅੰਗੂਰ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਦੂਸਰੀ ਕਿਸਮ ਦੇ ਆਧਾਰ 'ਤੇ ਸ਼੍ਰੇਣੀਬੱਧ ਕੀਤੇ ਪੌਦਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਜਿਸ ਨੂੰ ਝਾੜੀ ਕਹਿੰਦੇ ਹਨ। ਝਾੜੀ ਦਰਮਿਆਨੇ ਆਕਾਰ ਵਾਲੇ ਪੌਦੇ 1 ਤੋਂ 3 ਮੀਟਰ ਦੀ ਉਚਾਈ ਤੱਕ ਹੁੰਦੇ ਹਨ। ਇਹਨਾਂ ਦਾ ਤਣਾ ਸਖਤ ਹੁੰਦਾ ਹੈ
ਅਤੇ ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਆਧਾਰ 'ਤੇ ਜ਼ਮੀਨ ਦੇ ਨਾਲ ਬਿਲਕੁਲ ਨੇੜੇ ਹੁੰਦੀਆਂ ਹਨ। ਉਦਾਹਰਨ ਗੁਲਾਬ ਅਤੇ ਨਿੰਬੂ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਤੀਸਰੀ ਕਿਸਮ ਦੇ ਆਧਾਰ 'ਤੇ ਸ਼੍ਰੇਣੀਬੱਧ ਕੀਤੇ ਪੌਦਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਜਿਸ ਨੂੰ ਰੁੱਖ ਕਹਿੰਦੇ ਹਨ। ਰੁੱਖ ਲੰਬੇ ਅਤੇ ਵੱਡੇ ਆਕਾਰ ਦੇ ਪੌਦੇ ਹਨ। ਇਹਨਾਂ ਪੌਦਿਆਂ ਦੀ ਉਚਾਈ 3 ਮੀਟਰ ਤੋਂ ਵੱਧ ਹੁੰਦੀ ਹੈ। ਇਹਨਾਂ ਪੌਦਿਆਂ ਦਾ ਤਣਾ ਮਜ਼ਬੂਤ ਹੁੰਦਾ ਹੈ। ਇਹਨਾਂ ਪੌਦਿਆਂ ਦੀਆਂ ਸ਼ਾਖਾਵਾਂ ਤਣੇ ਦੇ ਆਧਾਰ ਤੋਂ ਉੱਪਰ ਜ਼ਮੀਨ ਤੋਂ ਕੁਝ ਉਚਾਈ 'ਤੇ ਨਿਕਲਦੀਆਂ ਹਨ। ਉਦਾਹਰਨ ਅੰਬ, ਨਿੰਮ ਅਤੇ ਬੋਹੜ। ਪਿਆਰੇ ਵਿਦਿਆਰਥੀਓ, ਅਸੀਂ ਪੌਦਿਆਂ ਨੂੰ ਉਹਨਾਂ ਦੇ ਤਣੇ, ਆਕਾਰ ਅਤੇ ਉਚਾਈ ਦੇ ਸ਼੍ਰੇਣੀਬੱਧ ਕੀਤਾ ਅਤੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਆਓ ਹੁਣ ਅਸੀਂ ਪੌਦੇ ਦੇ ਹਿੱਸੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪੌਦਿਆਂ ਦੇ ਵੱਖ-ਵੱਖ ਹਿੱਸੇ ਹੁੰਦੇ ਹਨ। ਪੌਦੇ ਦੇ ਹਰ ਹਿੱਸੇ ਦਾ ਇੱਕ ਵਿਸ਼ੇਸ਼ ਕਾਰਜ ਹੁੰਦਾ ਹੈ। ਬਣਤਰ ਦੇ ਆਧਾਰ 'ਤੇ ਪੌਦੇ ਨੂੰ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਜੜ ਪ੍ਰਣਾਲੀ ਅਤੇ ਦੂਸਰਾ ਭਾਗ ਤਣਾ ਪ੍ਰਣਾਲੀ ਹੁੰਦਾ ਹੈ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਅਸੀਂ ਜੜ ਪ੍ਰਣਾਲੀ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਰੂਟ ਸਿਸਟਮ ਕਹਿੰਦੇ ਹਨ, ਉਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜੜ ਪ੍ਰਣਾਲੀ ਪੌਦੇ ਦੇ ਜ਼ਮੀਨ ਤੋਂ ਹੇਠਾਂ ਵਾਲੇ ਹਿੱਸੇ ਨੂੰ ਜੜ ਪ੍ਰਣਾਲੀ ਕਿਹਾ ਜਾਂਦਾ ਹੈ। ਪੌਦੇ ਦੀਆਂ ਜੜ੍ਹਾਂ 2 ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਸ ਨੂੰ ਮੂਸਲ ਜੜ ਅਤੇ ਰੇਸ਼ੇਦਾਰ ਜੜ ਕਹਿੰਦੇ ਹਨ। ਆਓ ਸਭ ਤੋਂ ਪਹਿਲਾਂ ਅਸੀਂ ਮੂਸਲ ਜੜ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਮੂਸਲ ਜੜ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਟੈਪ ਰੂਟ ਕਿਹਾ ਜਾਂਦਾ ਹੈ, ਇਹ ਮੁੱਖ ਜੜ ਹੈ ਜੋ ਜੜ ਦੇ ਆਧਾਰ ਤੋਂ ਲੰਬਕਾਰੀ ਤੌਰ 'ਤੇ ਹੇਠਾਂ ਵੱਲ ਉੱਗਦੀ ਹੈ ਅਤੇ ਪਾਸੇ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਵਿੱਚ ਵੰਡੀ ਜਾਂਦੀ ਹੈ। ਮੁੱਖ ਜੜ ਪ੍ਰਾਇਮਰੀ ਜੜ ਹੈ ਅਤੇ ਇਸ ਦੀਆਂ ਸ਼ਾਖਾਵਾਂ ਸੈਕੰਡਰੀ ਜੜ੍ਹਾਂ ਵਜੋਂ ਜਾਣੀਆਂ ਜਾਂਦੀਆਂ ਹਨ। ਉਦਾਹਰਨ ਦੇ ਤੌਰ 'ਤੇ ਮੂਲੀ, ਨਿੰਮ, ਅੰਬ, ਛੋਲੇ ਆਦਿ ਦੀਆਂ ਜੜ੍ਹਾਂ ਮੂਸਲ ਜੜ੍ਹਾਂ ਹੁੰਦੀਆਂ ਹਨ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਰੇਸ਼ੇਦਾਰ ਜੜ੍ਹਾਂ ਫਾਈਬਰਸ ਰੂਟਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹਨਾਂ ਜੜ੍ਹਾਂ ਵਿੱਚ ਕੋਈ ਮੁੱਖ ਜੜ ਨਹੀਂ ਹੁੰਦੀ। ਰੇਸ਼ੇਦਾਰ ਜੜ੍ਹਾਂ ਦਾ ਇੱਕ ਸਮੂਹ ਹੁੰਦੀਆਂ ਹਨ, ਜਿਹੜੀਆਂ ਤਣੇ ਦੇ ਆਧਾਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਮਿੱਟੀ ਵਿੱਚ ਹੇਠਾਂ ਵੱਲ ਵੱਧਦੀਆਂ ਹਨ। ਉਦਾਹਰਨ ਦੇ ਤੌਰ 'ਤੇ ਘਾਹ, ਮੱਕੀ, ਕਣਕ, ਕੇਲਾ ਆਦਿ ਦੀਆਂ ਜੜ੍ਹਾਂ ਰੇਸ਼ੇਦਾਰ ਹੁੰਦੀਆਂ ਹਨ। ਪਿਆਰੇ ਵਿਦਿਆਰਥੀਓ, ਆਓ ਅਸੀਂ ਜੜ੍ਹਾਂ ਦੇ ਮੁੱਖ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜੜ੍ਹਾਂ ਮਿੱਟੀ ਵਿੱਚ ਪੌਦੇ ਦੀ ਪਕੜ ਬਣਾਉਂਦੀਆਂ ਹਨ ਤਾਂ ਜੋ
ਇਹ ਡਿੱਗ ਨਾ ਪਵੇ। ਜੜ੍ਹਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਦੀਆਂ ਹਨ। ਕੁਝ ਜੜ੍ਹਾਂ ਭੋਜਨ ਵੀ ਜਮ੍ਹਾਂ ਕਰਦੀਆਂ ਹਨ। ਉਦਾਹਰਨ ਚੁਕੰਦਰ ਅਤੇ ਗਾਜਰ। ਜੜ੍ਹਾਂ ਮਿੱਟੀ ਨੂੰ ਖੁਰਨ ਤੋਂ ਰੋਕਦੀਆਂ ਹਨ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਪੌਦੇ ਦਾ ਦੂਸਰਾ ਭਾਗ, ਜਿਸ ਨੂੰ ਤਣਾ ਪ੍ਰਣਾਲੀ ਕਹਿੰਦੇ ਹਨ, ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਤਣਾ ਪ੍ਰਣਾਲੀ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸ਼ੂਟ ਸਿਸਟਮ ਵੀ ਕਹਿੰਦੇ ਹਨ, ਪੌਦੇ ਦੇ ਜ਼ਮੀਨ ਤੋਂ ਉੱਪਰ ਵਾਲੇ ਹਿੱਸੇ ਨੂੰ ਤਣਾ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਵਿੱਚ ਪੱਤੇ, ਕਲੀ, ਤਣਾ, ਫਲ ਅਤੇ ਫੁੱਲ ਸ਼ਾਮਲ ਹਨ। ਆਓ ਸਭ ਤੋਂ ਪਹਿਲਾਂ ਅਸੀਂ ਤਣੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਤਣਾ ਪੌਦੇ ਦਾ ਮੁੱਖ ਧੁਰਾ ਹੁੰਦਾ ਹੈ। ਇਸ ਵਿੱਚ ਗੰਢਾਂ ਅਤੇ ਅੰਤਰਗੰਢਾਂ ਹੁੰਦੀਆਂ ਹਨ, ਜਿਸ ਨੂੰ ਨੋਡਸ ਅਤੇ ਇੰਟਰਨੋਡਸ ਕਹਿੰਦੇ ਹਨ। ਤਣੇ ਦੇ ਜਿਸ ਭਾਗ ਤੋਂ ਨਵੀਆਂ ਸ਼ਾਖਾਵਾਂ ਅਤੇ ਪੱਤੇ ਉੱਭਰਦੇ ਹਨ, ਉਸ ਨੂੰ ਗੰਢ ਜਾਂ ਨੋਡ ਕਹਿੰਦੇ ਹਨ। ਦੋ ਗੰਢਾਂ ਦੇ ਵਿਚਕਾਰ ਦੀ ਜਗ੍ਹਾ ਨੂੰ ਅੰਤਰਗੰਢ ਵੀ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਆਓ ਅਸੀਂ ਤਣੇ ਦੇ ਕੰਮਾਂ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ। ਤਣਾ ਪੌਦੇ ਨੂੰ ਸਿੱਧਾ ਰੱਖਦਾ ਹੈ। ਤਣਾ ਪਾਣੀ ਅਤੇ ਖਣਿਜਾਂ ਨੂੰ ਜੜ੍ਹਾਂ ਤੋਂ ਸੋਖ ਕੇ ਪੌਦੇ ਦੇ ਉੱਪਰਲੇ ਭਾਗਾਂ ਤੱਕ ਪਹੁੰਚਾਉਂਦਾ ਹੈ। ਕੁਝ ਤਣੇ ਭੋਜਨ ਸਮੱਗਰੀ ਨੂੰ ਵੀ ਜਮ੍ਹਾਂ ਕਰਦੇ ਹਨ, ਜਿਵੇਂ ਆਲੂ, ਅਦਰਕ, ਹਲਦੀ ਆਦਿ। ਆਓ ਅਸੀਂ ਤਣਾ ਪ੍ਰਣਾਲੀ ਦੇ ਇੱਕ ਹੋਰ ਹਿੱਸੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਜਿਸ ਨੂੰ ਪੱਤਾ ਲੀਫ ਕਹਿੰਦੇ ਹਨ। ਪੱਤਾ ਪੌਦੇ ਦਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ, ਜੋ ਤਣੇ ਦੀ ਗੰਢ ਤੋਂ ਉੱਭਰਦਾ ਹੈ। ਪੱਤਿਆਂ ਦਾ ਹਰਾ ਰੰਗ ਕਲੋਰੋਫਿਲ ਦੀ ਮੌਜੂਦਗੀ ਕਾਰਨ ਹੁੰਦਾ ਹੈ। ਕਲੋਰੋਫਿਲ ਹਰੇ ਰੰਗ ਦਾ ਵਰਣਕ ਹੈ, ਜੋ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਵਿੱਚ ਮਦਦ ਕਰਦਾ ਹੈ। ਵੱਖ-ਵੱਖ ਪੌਦਿਆਂ ਦੇ ਪੱਤੇ ਸ਼ਕਲ, ਆਕਾਰ ਅਤੇ ਰੰਗ ਵਿੱਚ ਵੱਖਰੇ ਹੁੰਦੇ ਹਨ। ਆਓ ਅਸੀਂ ਪੱਤੇ ਦੇ ਵੱਖ-ਵੱਖ ਭਾਗਾਂ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ। ਪੱਤੇ ਦਾ ਉਹ ਭਾਗ ਜਿਸ ਰਾਹੀਂ ਉਹ ਤਣੇ ਨਾਲ ਜੁੜਿਆ ਹੁੰਦਾ ਹੈ, ਪੱਤੇ ਦੀ ਡੰਡੀ ਅਖਵਾਉਂਦਾ ਹੈ। ਪੱਤੇ ਦੇ ਚਪਟੇ, ਹਰੇ, ਫੈਲੇ ਹੋਏ ਹਿੱਸੇ ਨੂੰ ਪੱਤਾ ਬਲੇਡ ਜਾਂ ਫਲਕ ਲੈਮਿਨਾ ਕਿਹਾ ਜਾਂਦਾ ਹੈ। ਤੁਸੀਂ ਪੱਤੇ ਉੱਪਰ ਲਾਈਨਾਂ ਜਾਂ ਰੇਖਾਵਾਂ ਜ਼ਰੂਰ ਵੇਖੀਆਂ ਹੋਣਗੀਆਂ। ਇਹਨਾਂ ਨੂੰ ਸ਼ਿਰਾਵਾਂ ਕਿਹਾ ਜਾਂਦਾ ਹੈ। ਕੀ ਤੁਸੀਂ ਪੱਤੇ ਦੇ ਵਿਚਕਾਰ ਇੱਕ ਮੋਟੀ ਰੇਖਾ ਦੇਖੀ ਹੈ? ਇਸ ਨੂੰ ਮੱਧ ਸ਼ਿਰਾ ਕਿਹਾ ਜਾਂਦਾ ਹੈ। ਪੱਤੇ ਵਿੱਚ ਇਹਨਾਂ ਸ਼ਿਰਾਵਾਂ ਨਾਲ ਬਣੀ ਬਣਤਰ ਜਾਂ ਢਾਂਚੇ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ। ਸ਼ਿਰਾ ਵਿਨਿਆਸ ਦੋ ਕਿਸਮਾਂ ਦਾ ਹੁੰਦਾ ਹੈ। ਜਦੋਂ ਸ਼ਿਰਾਵਾਂ ਇੱਕ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ, ਤਾਂ ਇਸ ਨੂੰ ਜਾਲੀਦਾਰ ਸ਼ਿਰਾ ਵਿਨਿਆਸ ਕਹਿੰਦੇ ਹਨ, ਜਿਵੇਂ ਬੋੜ, ਅੰਬ ਅਤੇ ਗੁਲਾਬ ਦੇ ਪੱਤੇ। ਜਦੋਂ ਸ਼ਿਰਾਵਾਂ ਇੱਕ ਦੂਜੇ ਦੇ ਸਮਾਂਤਰ ਹੁੰਦੀਆਂ ਹਨ, ਤਾਂ ਅਜਿਹੇ ਸ਼ਿਰਾ ਵਿਨਿਆਸ ਨੂੰ ਸਮਾਂਤਰ ਸ਼ਿਰਾ ਵਿਨਿਆਸ ਕਿਹਾ ਜਾਂਦਾ ਹੈ। ਉਦਾਹਰਨ ਕੇਲੇ, ਕਣਕ ਅਤੇ ਘਾਹ ਆਦਿ ਦੇ ਪੱਤੇ। ਪਿਆਰੇ ਵਿਦਿਆਰਥੀਓ,
ਕੀ ਤੁਸੀਂ ਜਾਣਦੇ ਹੋ, ਪੱਤੇ ਦੀ ਸਤ੍ਹਾ 'ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ। ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ। ਇਹ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ। ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ, ਜਿਨ੍ਹਾਂ ਨੂੰ ਵਾਸ਼ਪ ਉਤਸਰਜਨ ਕਹਿੰਦੇ ਹਨ। ਵਾਸ਼ਪ ਉਤਸਰਜਨ ਮੁੱਖ ਰੂਪ ਵਿੱਚ ਸਟੋਮੈਟਾ ਦੁਆਰਾ ਹੁੰਦਾ ਹੈ। ਆਓ ਪਹਿਲਾਂ ਅਸੀਂ ਪੱਤਿਆਂ ਦੇ ਕੰਮ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪੱਤੇ ਕਲੋਰੋਫਿਲ ਅਤੇ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਭੋਜਨ ਤਿਆਰ ਕਰਦੇ ਹਨ। ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ। ਪੱਤਿਆਂ ਵਿੱਚ ਅਨੇਕ ਸਟੋਮੈਟਾ ਹੁੰਦੇ ਹਨ ਜੋ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ। ਪੌਦੇ ਸਟੋਮੈਟਾ ਦੁਆਰਾ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ। ਇਸ ਪ੍ਰਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਤਣਾ ਪ੍ਰਣਾਲੀ ਦਾ ਇੱਕ ਹੋਰ ਭਾਗ, ਜਿਸ ਨੂੰ ਫੁੱਲ ਕਹਿੰਦੇ ਹਨ, ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਫੁੱਲ ਕਿਸੇ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ। ਇਹ ਪੌਦੇ ਦਾ ਜਣਨ ਅੰਗ ਹੁੰਦਾ ਹੈ। ਅਸੀਂ ਪੌਦਿਆਂ ਨੂੰ ਉਹਨਾਂ ਦੇ ਫੁੱਲਾਂ ਤੋਂ ਪਛਾਣ ਸਕਦੇ ਹਾਂ। ਫੁੱਲ ਜਿਸ ਭਾਗ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ, ਉਸ ਨੂੰ ਡੰਡੀ ਕਹਿੰਦੇ ਹਨ। ਆਓ ਅਸੀਂ ਫੁੱਲ ਦੇ ਵੱਖ-ਵੱਖ ਹਿੱਸਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਹਰੀਆਂ ਪੱਤੀਆਂ, ਜਿਸ ਨੂੰ ਕੈਲਿਕਸ ਕਹਿੰਦੇ ਹਨ। ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਵਰਗੀਆਂ ਬਣਤਰਾਂ ਹਰੀਆਂ ਪੱਤੀਆਂ ਸੈਪਲ ਹਨ ਅਤੇ ਸਮੂਹਕ ਤੌਰ 'ਤੇ ਇਹਨਾਂ ਨੂੰ ਕੈਲਿਕਸ ਕਹਿੰਦੇ ਹਨ। ਕੈਲਿਕਸ ਫੁੱਲ ਦੇ ਖਿੜਨ ਤੋਂ ਪਹਿਲਾਂ ਕਲੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ। ਪੰਖੜੀਆਂ ਪੀਟਲਜ਼, ਹਰੀਆਂ ਪੱਤੀਆਂ ਤੋਂ ਅੰਦਰਲੇ ਭਾਗ ਨੂੰ ਪੰਖੜੀਆਂ ਕਹਿੰਦੇ ਹਨ। ਇਹ ਰੰਗਦਾਰ ਪੱਤੇ ਵਰਗੀਆਂ ਬਣਤਰਾਂ ਹਨ। ਇਹ ਕੀੜੇ ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਪ੍ਰਜਨਨ ਵਿੱਚ ਸਹਾਇਤਾ ਕਰਦੀਆਂ ਹਨ। ਪੱਤੀਆਂ ਪੰਖੜੀਆਂ ਨੂੰ ਸਮੂਹਕ ਤੌਰ 'ਤੇ ਕੋਰੋਲਾ ਵੀ ਕਹਿੰਦੇ ਹਨ। ਪੁੰਕੇਸਰ ਸਟੈਮਨ, ਇਹ ਫੁੱਲ ਦੀਆਂ ਪੰਖੜੀਆਂ ਦੇ ਅੰਦਰ ਪਾਏ ਜਾਂਦੇ ਹਨ। ਇਹ ਫੁੱਲ ਦਾ ਨਰ ਭਾਗ ਹੈ। ਹਰੇਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ, ਜਿਸ ਨੂੰ ਤੰਤੂ ਫਿਲਾਮੈਂਟ ਕਹਿੰਦੇ ਹਨ, ਅਤੇ ਦੋ ਹਿੱਸਿਆਂ ਵਾਲੇ ਸਿਖਰਲੇ ਭਾਗ ਨੂੰ ਪਰਾਗਕੋਸ਼ ਐਂਥਰ ਕਹਿੰਦੇ ਹਨ। ਪਰਾਗਕੋਸ਼ ਪਰਾਗ ਕਣ ਪੋਲਨ ਗ੍ਰੇਨ ਪੈਦਾ ਕਰਦੇ ਹਨ ਅਤੇ ਪ੍ਰਜਨਨ ਵਿੱਚ ਸਹਾਇਤਾ ਕਰਦੇ ਹਨ। ਇਸਤਰੀ ਕੇਸਰ ਪਿਸਟਲ, ਇਹ ਫੁੱਲ ਦਾ ਮਾਦਾ ਭਾਗ ਹੈ। ਇਹ ਪਤਲਾ ਬੋਤਲ ਆਕਾਰ ਦਾ ਢਾਂਚਾ ਹੈ ਜੋ ਫੁੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ। ਇਸ ਨੂੰ ਅੱਗੇ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਪਹਿਲਾ ਭਾਗ, ਜਿਸ ਨੂੰ ਅੰਡਕੋਸ਼ ਓਵਰੀ ਕਹਿੰਦੇ ਹਨ, ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਅੰਡਕੋਸ਼ ਕਿਹਾ ਜਾਂਦਾ ਹੈ। ਇਸ ਵਿੱਚ ਬੀਜ ਅੰਡ ਓਵੇਓਲਸ ਹੁੰਦੇ ਹਨ ਜੋ ਪ੍ਰਜਨਨ ਵਿੱਚ ਹਿੱਸਾ ਲੈਂਦੇ ਹਨ। ਇਸ ਦਾ ਇਸਤਰੀ ਕੇਸਰ ਦਾ ਦੂਸਰਾ ਭਾਗ, ਜਿਸ ਨੂੰ ਵਰਤਿਕਾ ਸਟਾਈਲ ਕਿਹਾ ਜਾਂਦਾ ਹੈ, ਇਸਤਰੀ ਕੇਸਰ ਦੇ ਤੰਗ ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ। ਇਸਤਰੀ ਕੇਸਰ ਦਾ ਤੀਸਰਾ ਭਾਗ, ਜਿਸ ਨੂੰ ਵਰਤਿਕਾਗਰ ਸਟਿਗਮਾ
ਕਿਹਾ ਜਾਂਦਾ ਹੈ। ਵਰਤਿਕਾ ਦੇ ਸਿਖਰ ਤੇ ਚਿਪਚਿਪੇ ਭਾਗ ਨੂੰ ਵਰਤਿਕਾਕਰ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਅਸੀਂ ਪੱਤਿਆਂ, ਤਣਿਆਂ, ਜੜ੍ਹਾਂ ਅਤੇ ਫੁੱਲਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਅਤੇ ਕਾਰਜਾਂ ਬਾਰੇ ਜਾਣ ਚੁੱਕੇ ਹਾਂ। ਆਓ ਹੁਣ ਅਸੀਂ ਇੱਕ ਵਾਰ ਫੇਰ ਪਾਠ 'ਤੇ ਝਾਤ ਮਾਰ ਲੈਂਦੇ ਹਾਂ। ਜੜ ਪ੍ਰਣਾਲੀ। ਜੜ ਪ੍ਰਣਾਲੀ ਕੀ ਹੁੰਦੀ ਹੈ? ਜੜ ਵਾਲੇ ਪੌਦੇ ਦਾ ਭੂਮੀਗਤ ਹਿੱਸਾ, ਭਾਵ ਪੌਦੇ ਦਾ ਉਹ ਹਿੱਸਾ ਜੋ ਮਿੱਟੀ ਦੇ ਅੰਦਰ ਹੁੰਦਾ ਹੈ, ਉਸ ਭਾਗ ਨੂੰ ਜੜ ਪ੍ਰਣਾਲੀ ਕਿਹਾ ਜਾਂਦਾ ਹੈ। ਤਣਾ ਪ੍ਰਣਾਲੀ। ਪੌਦੇ ਦਾ ਉਹ ਭਾਗ ਜੋ ਮਿੱਟੀ ਦੇ ਉੱਪਰ ਹੁੰਦਾ ਹੈ, ਜਾਂ ਕਹਿ ਸਕਦੇ ਹਾਂ ਕਿ ਪੌਦੇ ਦਾ ਉਹ ਹਿੱਸਾ ਜ਼ਮੀਨ ਦੇ ਉੱਪਰ, ਉਸ ਨੂੰ ਤਣਾ ਪ੍ਰਣਾਲੀ ਕਹਿੰਦੇ ਹਨ। ਡੰਡੀ। ਪੱਤੇ ਦੀ ਡੰਡੀ ਜਿਹੜੀ ਪੱਤੇ ਨੂੰ ਤਣੇ ਨਾਲ ਜੋੜ ਕੇ ਰੱਖਦੀ ਹੈ, ਉਸ ਨੂੰ ਡੰਡੀ ਕਹਿੰਦੇ ਹਨ। ਫਲਕ। ਪੱਤੇ ਦਾ ਚਪਟਾ ਹਰੇ ਰੰਗ ਦਾ ਭਾਗ ਫਲਕ ਅਖਵਾਉਂਦਾ ਹੈ। ਗੰਢ। ਤਣੇ ਦੇ ਉੱਪਰ ਉਹ ਸਥਾਨ ਜਿੱਥੋਂ ਪੱਤੇ ਉੱਭਰਦੇ ਹਨ, ਉਸ ਨੂੰ ਗੰਢ ਜਾਂ ਨੋਡਸ ਕਹਿੰਦੇ ਹਨ। ਅੰਤਰਗੰਢ। ਦੋ ਗੰਢਾਂ ਦੇ ਵਿਚਕਾਰ ਤਣੇ ਦਾ ਹਿੱਸਾ ਅੰਤਰਗੰਢ ਅਖਵਾਉਂਦਾ ਹੈ। ਇਸ ਨੂੰ ਅਸੀਂ ਇੰਟਰਨੋਡਸ ਵੀ ਕਹਿੰਦੇ ਹਾਂ। ਵਿਨਿਆਸ। ਇੱਕ ਪੱਤੇ ਵਿੱਚ ਸ਼ਿਰਾਵਾਂ ਦਾ ਪ੍ਰਬੰਧ ਵਿਨਿਆਸ ਅਖਵਾਉਂਦਾ ਹੈ। ਵਾਸ਼ਪ ਉਤਸਰਜਨ। ਪੱਤੇ ਤੋਂ ਪਾਣੀ ਦਾ ਵਾਸ਼ਪ ਬਣ ਕੇ ਨਿਕਲਣਾ ਵਾਸ਼ਪ ਉਤਸਰਜਨ ਕਿਰਿਆ ਅਖਵਾਉਂਦਾ ਹੈ। ਸਟੋਮੈਟਾ। ਪੱਤਿਆਂ ਦੀ ਸਤ੍ਹਾ ਉੱਪਰ ਬਰੀਕ ਛੇਦ, ਉਸ ਨੂੰ ਸਟੋਮੈਟਾ ਕਹਿੰਦੇ ਹਨ। ਪੁੰਕੇਸਰ। ਫੁੱਲ ਦਾ ਨਰ ਵਾਲਾ ਭਾਗ ਪੁੰਕੇਸਰ ਅਖਵਾਉਂਦਾ ਹੈ। ਇਸਤਰੀ ਕੇਸਰ। ਫੁੱਲ ਦਾ ਮਾਦਾ ਭਾਗ ਇਸਤਰੀ ਕੇਸਰ ਅਖਵਾਉਂਦਾ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਇਸ ਪਾਠ ਵਿੱਚ ਕੁਝ ਯਾਦ ਰੱਖਣ ਯੋਗ ਗੱਲਾਂ ਬਾਰੇ ਵੀ ਝਾਤ ਮਾਰ ਲੈਂਦੇ ਹਾਂ। ਆਮ ਤੌਰ 'ਤੇ ਪੌਦਿਆਂ ਦਾ ਵਰਗੀਕਰਨ ਉਹਨਾਂ ਦੀ ਉਚਾਈ, ਤਣੇ ਅਤੇ ਸ਼ਾਖਾਵਾਂ ਦੇ ਆਧਾਰ 'ਤੇ ਬੂਟੀ, ਝਾੜੀ, ਰੁੱਖ ਅਤੇ ਵੇਲ ਵਿੱਚ ਕੀਤਾ ਜਾਂਦਾ ਹੈ। ਤਣੇ ਦੇ ਪੱਤੇ, ਫੁੱਲ ਅਤੇ ਫਲ ਹੁੰਦੇ ਹਨ ਅਤੇ ਇਸ ਨੂੰ ਗੰਢਾਂ ਅਤੇ ਅੰਤਰਗੰਢਾਂ ਵਿੱਚ ਵੰਡਿਆ ਜਾਂਦਾ ਹੈ। ਪੱਤਾ ਇੱਕ ਨਰਮ ਅਤੇ ਪਤਲੀ ਡੰਡੀ ਦੁਆਰਾ ਤਣੇ ਨਾਲ ਜੁੜਿਆ ਹੁੰਦਾ ਹੈ। ਪੱਤੇ ਵਾਸ਼ਪ ਉਤਸਰਜਨ ਵਿਧੀ ਰਾਹੀਂ ਪਾਣੀ ਨੂੰ ਹਵਾ ਵਿੱਚ ਛੱਡਦੇ ਹਨ। ਹਰੇ ਪੱਤੇ ਸੂਰਜ ਦੀ ਰੌਸ਼ਨੀ ਵਿੱਚ ਪਾਣੀ ਅਤੇ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸ਼ਲੇਸ਼ਣ ਦੀ ਵਿਧੀ ਰਾਹੀਂ ਆਪਣਾ ਭੋਜਨ ਬਣਾਉਂਦੇ ਹਨ। ਜੜ੍ਹਾਂ। ਜੜ੍ਹਾਂ ਆਮ ਤੌਰ 'ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਮੂਸਲ ਜੜ੍ਹਾਂ ਅਤੇ ਰੇਸ਼ੇਦਾਰ ਜੜ੍ਹਾਂ। ਤਣਾ ਜੜ੍ਹਾਂ ਤੋਂ ਪੱਤਿਆਂ ਅਤੇ ਦੂਜੇ ਭਾਗਾਂ ਤੱਕ ਪਾਣੀ ਅਤੇ ਪੱਤਿਆਂ ਤੋਂ ਪੌਦੇ ਦੇ ਦੂਜੇ ਹਿੱਸਿਆਂ ਤੱਕ ਭੋਜਨ ਪਹੁੰਚਾਉਂਦਾ ਹੈ। ਫੁੱਲਾਂ ਦੇ ਵੱਖ-ਵੱਖ ਭਾਗ। ਫੁੱਲਾਂ ਦੇ ਵੱਖ-ਵੱਖ ਭਾਗ ਹਰੀਆਂ ਪੱਤੀਆਂ, ਪੰਖੜੀਆਂ, ਪੁੰਕੇਸਰ ਅਤੇ ਇਸਤਰੀ ਕੇਸਰ ਹੁੰਦੇ ਹਨ। ਪੁੰਕੇਸਰ ਨਰ ਜਨਨ ਭਾਗ ਹੈ ਅਤੇ ਇਸਤਰੀ ਕੇਸਰ ਮਾਦਾ ਜਨਨ ਭਾਗ ਹੈ। ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਪੌਦਿਆਂ ਨੂੰ ਜਾਣੋ ਗੈਟਿੰਗ ਟੂ ਨੋ ਪਲਾਂਟਸ ਬਾਰੇ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਤੇ ਮੇਰੇ ਵੱਲੋਂ ਕੀਤੀ ਗਈ ਇਹ ਛੋਟੀ ਜਿਹੀ ਕੋਸ਼ਿਸ਼ ਤੁਹਾਡੇ ਲਈ ਮਦਦਗਾਰ ਸਿੱਧ ਹੋਵੇਗੀ। ਧੰਨਵਾਦ।